Kanchan Outlook। पौड़ी। तू करता सब किछ जानदा, जो जियां अंदर वरतै। हे सिरजनहार, जो कुछ भी जीवां दे मनां विच वरतदा है, जो भी फुरने जीवां दे मनां विच फुरदे ने, तू ਉਹ ਸਾਰਿਆਂ ਨੂੰ ਜਾਣਦਾ ਹੈ। ਤੇ ਇਸ ਗੱਲ ਦਾ ਅਹਿਸਾਸ ਅਸੀਂ ਹਰ ਉਸ ਪਲ ਕਰਦੇ ਹਾਂ ਜਦੋਂ ਅਸੀਂ ਕੋਈ ਝੂਠ ਬੋਲਣਾ ਹੋਵੇ, ਜਦੋਂ ਅਸੀਂ ਕੋਈ ਗਲਤ ਕੰਮ ਕਰਨਾ ਹੋਵੇ। ਸਾਡੇ ਅੰਦਰ ਬੈਠਾ ਹੋਇਆ ਪਰਮਾਤਮਾ ਸਾਨੂੰ ਯਾਦ ਦਿਲਾਉਂਦਾ ਹੈ ਕਿ ਅਸੀਂ ਝੂਠ ਬੋਲਣ ਲੱਗੇ ਹਾਂ, ਅਸੀਂ ਗਲਤ ਕੰਮ ਕਰਨ ਲੱਗੇ ਹਾਂ। ਉਹ ਸਭ ਜਾਣਦਾ ਹੈ ਕੀ ਸਹੀ ਹੈ, ਕੀ ਗਲਤ ਹੈ, ਤੇ ਸਾਡੇ ਅੰਦਰ ਕੀ ਚੱਲਦਾ ਪਿਆ। ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿੱਚ ਗਣਤ ਹੈ। ਗਣਤ ਤੋਂ ਭਾਵ ਚਿੰਤਾ, ਫਿਕਰ। ਗੁਰੂ ਜੀ ਕਹਿੰਦੇ ਕਿ ਸਾਰਾ ਹੀ ਜਗਤ ਚਿੰਤਾ ਤੇ ਫਿਕਰ ਵਿੱਚ ਡੁੱਬਿਆ ਹੋਇਆ ਹੈ, ਸੋਚਾਂ ਵਿੱਚ ਡੁੱਬਿਆ ਹੋਇਆ ਹੈ ਕਿ ਕਿਵੇਂ ਉਹਦੇ ਜੀਵਨ ਦੇ ਵਿੱਚ ਹਰ ਜੀਵ ਇਹ ਸੋਚਦਾ ਹੈ ਕਿ ਕਿਵੇਂ ਉਹਦੇ ਜੀਵਨ ਦੇ ਵਿੱਚ ਤੰਦਰੁਸਤੀ ਹੀ ਤੰਦਰੁਸਤੀ ਹੋਵੇ, ਬਿਮਾਰੀ ਨਾ ਹੋਵੇ, ਲਾਭ ਹੀ ਲਾਭ ਹੋਵੇ, ਹਾਨੀ ਨਾ ਹੋਵੇ। ਇਸ ਪ੍ਰਕਾਰ ਦੀਆਂ ਸੋਚਾਂ ਦੇ ਵਿੱਚ ਜੀਵ ਡੁੱਬਿਆ ਰਹਿੰਦਾ ਹੈ। ਪਰ ਹੇ ਸਿਰਜਣਹਾਰ, ਇੱਕ ਤੂੰ ਹੀ ਹੈ ਜੋ ਇਸ ਪ੍ਰਕਾਰ ਦੇ ਚਿੰਤਾ ਝੋਰਿਆਂ ਤੋਂ ਪਰੇ ਹੈ, ਇਹਨਾਂ ਤੋਂ ਬਚਿਆ ਹੋਇਆ ਹੈ। ਕਿਉਂਕਿ ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤ ਹੈ। ਇਸ ਸੰਸਾਰ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਤੇਰਾ ਕੀਤਾ ਹੋਇਆ ਹੀ ਹੋ ਰਿਹਾ ਹੈ, ਤੇਰੀ ਹੀ ਕਲਾ ਵਰਤ ਰਹੀ ਹੈ। ਸ੍ਰਿਸ਼ਟੀ ਦੀ ਬਨਾਵਟ ਤੇਰੀ ਹੀ ਬਣਾਈ ਹੋਈ ਹੈ। ਤੂੰ ਘਟ ਘਟ ਇੱਕ ਵਰਤਦਾ, ਸੱਚ ਸਾਹਿਬ ਚਲਤੈ। ਹਰ ਸਰੀਰ ਦੇ ਵਿੱਚ ਤੂੰ ਵਿਆਪਕ ਵਰਤਦਾ ਹੈ, ਤੇਰੇ ਕੌਤਕ ਅਸਚਰਜ ਹਨ। ਸਤਿਗੁਰ ਨੋ ਮਿਲੇ ਸੋ ਹਰ ਮਿਲੇ, ਨਾਹੀ ਕਿਸੈ ਪਰਤੈ। ਜਿਹੜਾ ਮਨੁੱਖ ਸਤਿਗੁਰੂ ਨੂੰ ਮਿਲਦਾ ਹੈ ਉਹੀ ਹਰੀ ਨੂੰ ਲੱਭਦਾ ਹੈ। ਸਤਿਗੁਰੂ ਤੋਂ ਬਿਨਾਂ ਪਰਮਾਤਮਾ ਨੂੰ ਨਹੀਂ ਲੱਭਿਆ ਜਾ ਸਕਦਾ। ਤੇ ਜਦ ਇੱਕ ਵਾਰ ਲੱਭ ਲਿਆ ਫਿਰ ਉਹ ਮਨੁੱਖ ਕਰਤੇ ਵੱਲੋਂ, ਕਰਤਾਰ ਵੱਲੋਂ ਪਰਤਦਾ ਨਹੀਂ, ਦੁਨਿਆਵੀ ਮੋਹ ਵੱਲ ਜਾਂਦਾ ਨਹੀਂ। ਸ਼ਲੋਕ ਮਹਿਲਾ ਚੌਥਾ। ਇਹੋ ਮਨੁਆ ਦ੍ਰਿੜ ਕਰ ਰੱਖੀਐ, ਗੁਰਮੁਖ ਲਾਈਐ ਚਿੱਤ। ਜੇ ਸਤਿਗੁਰੂ ਦੇ ਸਨਮੁਖ ਹੋ ਕੇ ਮਨ ਨੂੰ ਪ੍ਰਭੂ ਦੀ ਯਾਦ ਵਿੱਚ ਜੋੜੀਏ ਤੇ ਮਨ ਨੂੰ ਦ੍ਰਿੜ ਕਰੀਏ, ਪੱਕਾ ਕਰੀਏ ਕਿ ਇਹ ਮਾਇਆ ਵੱਲ ਨੂੰ ਨਾ ਦੌੜੇ। ਕਿਉ ਸਾਸ ਗਿਰਾਸ ਵਿਸਾਰੀਐ, ਬਹਿੰਦਿਆਂ ਉੱਠਦਿਆਂ ਨਿੱਤ। ਉੱਠਦੇ ਬਹਿੰਦੇ ਆਪਣੇ ਹਰ ਸਾਹ, ਆਪਣੀ ਹਰ ਗਰਾਈ ਦੇ ਨਾਲ ਪ੍ਰਮਾਤਮਾ ਨੂੰ ਕਿਉਂ ਨਾ ਯਾਦ ਕਰੀਏ, ਕਿਉਂ ਵਿਸਾਰ ਕੇ ਰੱਖੀਏ ਉਹਨੂੰ। ਪ੍ਰਸ਼ਨਾਤਮਕ ਰੂਪ ਦੇ ਵਿੱਚ ਇਹ ਪੰਕਤੀ ਲਿਖ ਕੇ ਗੁਰੂ ਜੀ ਸਾਨੂੰ ਇਹ ਹਦਾਇਤ ਕਰਦੇ ਪਏ ਨੇ ਕਿ ਪ੍ਰਮਾਤਮਾ ਨੂੰ ਹਰ ਸਾਹ, ਹਰ ਗਰਾਹੀ, ਉੱਠਦੇ ਬਹਿੰਦੇ ਹਰ ਪਲ ਚੇਤੇ ਦੇ ਵਿੱਚ ਰੱਖੋ, ਕਦੇ ਵੀ ਉਹਨੂੰ ਵਿਸਾਰੋ ਨਾ। ਜੇ ਅਸੀਂ ਹਰ ਪਲ ਪ੍ਰਮਾਤਮਾ ਨੂੰ ਚੇਤੇ ਦੇ ਵਿੱਚ ਰੱਖੀਏ, ਮਰਨ ਜੀਵਨ ਕੀ ਚਿੰਤਾ ਗਈ, ਇਹੋ ਜੀੜਾ ਹਰ ਪ੍ਰਭ ਵਸ। ਤਾਂ ਸਾਡੀ ਜਨਮ ਅਤੇ ਮੌਤ ਦੀ ਚਿੰਤਾ ਮਿਟ ਜਾਂਦੀ ਹੈ, ਹਰ ਪ੍ਰਕਾਰ ਦੇ ਫਿਕਰ ਦੂਰ ਹੋ ਜਾਂਦੇ ਹਨ। ਸਾਡੀ ਜਿੰਦ ਪਰਮਾਤਮਾ ਦੇ ਹਵਾਲੇ ਹੋ ਜਾਂਦੀ ਹੈ। ਅਸੀਂ ਆਪਣਾ ਆਪ ਪਰਮਾਤਮਾ ਦੇ ਹਵਾਲੇ ਕਰ ਲੈਂਦੇ ਹਾਂ, ਭਾਵ ਕਿ ਆਪਣੇ ਆਪ ਨੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਬੰਨ੍ਹ ਲੈਂਦੇ ਹਾਂ ਕਿ ਹੇ ਪਰਮਾਤਮਾ, ਜੋ ਕੁਝ ਵੀ ਤੂੰ ਕਰ ਰਿਹਾ ਹੈ ਮੈਂ ਉਹਦੇ ਵਿੱਚ ਖੁਸ਼ ਹਾਂ। ਜਿਉਂ ਭਾਵ ਹੈ ਤਿਉਂ ਰੱਖ ਤੂੰ, ਜਨ ਨਾਨਕ ਨਾਮ ਬਖਸ਼। ਹੇ ਹਰੀ, ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੈਨੂੰ ਦਾਸ ਨਾਨਕ ਨੂੰ ਨਾਮ ਦੀ ਦਾਤ ਬਖਸ਼। ਜਿਵੇਂ ਤੇਰਾ ਚਿੱਤ ਕਰੇ ਤੂੰ ਮੈਨੂੰ ਉਵੇਂ ਹੀ ਰੱਖ। ਮਹਿਲਾ ਤੀਜਾ। ਮਨਮੁਖ ਅਹੰਕਾਰੀ ਮਹਲ ਨਾ ਜਾਣੈ, ਖਿਨ ਆਗੈ ਖਿਨ ਪਿਛੈ। ਅਹੰਕਾਰ ਦੇ ਵਿੱਚ ਮੱਤਾ ਹੋਇਆ ਤੇ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲਾ ਮਨੁੱਖ ਸਤਿਗੁਰੂ ਦੇ ਨਿਵਾਸ ਅਸਥਾਨ ਭਾਵ ਸਤਸੰਗ ਨੂੰ ਨਹੀਂ ਪਛਾਣਦਾ ਤੇ ਹਰ ਵੇਲੇ ਜੱਕੋ ਤੱਕ ਵਿੱਚ ਰਹਿੰਦਾ ਹੈ। ਹਰ ਵੇਲੇ ਇਹ ਖਿਆਲ ਉਹਦੇ ਮਨ ਵਿੱਚ ਜ਼ਰੂਰ ਆਉਂਦੇ ਨੇ ਕਿ ਸਤਿਗੁਰੂ ਦੇ ਲੜ ਲੱਗਿਆ ਜਾਏ, ਨਹੀਂ ਲੱਗਿਆ ਜਾਏ, ਲੱਗਿਆ ਜਾਏ
ਨਹੀਂ ਲੱਗਿਆ ਜਾਏ। ਇਸੇ ਘੁੰਮਣ ਘੇਰੀ ਦੇ ਵਿੱਚ ਉਹ ਗੋਤੇ ਖਾਂਦਾ ਰਹਿੰਦਾ ਹੈ, ਫੈਸਲਾ ਨਹੀਂ ਲੈ ਪਾਉਂਦਾ। ਸਦਾ ਬੁਲਾਈਐ ਮਹਿਲ ਨਾ ਆਵੈ, ਕਿਉਂ ਕਰ ਦਰਗਾਹ ਸੀਚੈ। ਸਦਾ ਉਹਨੂੰ ਸੱਦਦੇ ਰਹੀਏ ਤਾਂ ਵੀ ਉਹ ਸਤਸੰਗ ਵਿੱਚ ਨਹੀਂ ਆਉਂਦਾ। ਇਸ ਵਾਸਤੇ ਉਹ ਹਰੀ ਦੀ ਦਰਗਾਹ ਵਿੱਚ ਵੀ ਕਿਵੇਂ ਸੁਰਖਰੂ ਹੋ ਸਕਦਾ ਹੈ। ਸਤਿਗੁਰ ਕਾ ਮਹਿਲ ਵਿਰਲਾ ਜਾਣੈ, ਸਦਾ ਰਹਿ ਕਰ ਜੋੜ। ਸਤਿਗੁਰੂ ਦੇ ਟਿਕਾਣੇ ਦੀ ਕਿਸੇ ਵਿਰਲੇ ਮਨੁੱਖ ਨੂੰ ਹੀ ਸਾਰ ਆਉਂਦੀ ਹੈ, ਜੋ ਸਦਾ ਹੱਥ ਜੋੜੀ ਰੱਖੇ, ਆਪਣਾ ਮਨ ਨੀਵਾਂ ਕਰਕੇ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹੇ। ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਬਹੋੜ ਤੋਂ ਭਾਵ ਮੋੜ ਲੈਣਾ। ਹੇ ਨਾਨਕ, ਜਿਸ ਤੇ ਪਿਆਰਾ ਪ੍ਰਭੂ ਆਪਣੀ ਮਿਹਰ ਕਰੇ, ਉਸ ਨੂੰ ਉਹ ਮਨਮੁਖਤਾ ਵੱਲੋਂ ਮੋੜ ਲੈਂਦਾ ਹੈ ਤੇ ਸਤਿਗੁਰੂ ਦੇ ਨਾਲ ਜੋੜ ਦਿੰਦਾ ਹੈ। ਪੌੜੀ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਉਹ ਸੇਵਾ ਸਫਲ ਹੈ, ਲਾਹੇਵੰਦ ਹੈ, ਜਿਸ ਨਾਲ ਸਤਿਗੁਰੂ ਦਾ ਮਨ ਪਤੀਜ ਜਾਏ, ਸਤਿਗੁਰੂ ਸਾਡੇ ਤੋਂ ਖੁਸ਼ ਹੋਏ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਜੇ ਸਤਿਗੁਰੂ ਸਾਡੇ ਤੋਂ ਪ੍ਰਸੰਨ ਹੋ ਜਾਏ ਤਾਂ ਆਪਣੀਆਂ ਸਿੱਖਿਆਵਾਂ ਦੇ ਨਾਲ ਸਾਡੇ ਮਨ ਦੇ ਵਿੱਚੋਂ ਪਾਪ ਤੇ ਵਿਕਾਰ ਦੂਰ ਕਰ ਦਿੰਦਾ ਹੈ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਖੁਸ਼ ਹੋ ਕੇ ਸਤਿਗੁਰੂ ਨੇ ਜੋ ਉਪਦੇਸ਼ ਦਿੱਤਾ, ਸਤਿਗੁਰੂ ਦੇ ਸਿੱਖ ਉਸ ਉਪਦੇਸ਼ ਨੂੰ ਗੌਰ ਨਾਲ ਸੁਣਦੇ ਹਨ, ਧਿਆਨ ਨਾਲ ਸੁਣਦੇ ਹਨ। ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿਨ ਚੜੀ ਚਵੱਗਣ ਬੰਨੇ। ਜੋ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲੈ ਕੇ ਆਉਂਦੇ ਹਨ, ਸਤਿਗੁਰੂ ਦੇ ਭਾਣੇ ਨੂੰ ਮੰਨਦੇ ਹਨ, ਉਹਨਾਂ ਨੂੰ ਅੱਗੋਂ ਨਾਲੋਂ ਵੀ ਚੌਣੀ ਰੰਗਤ ਚੜ੍ਹ ਜਾਂਦੀ ਹੈ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਸਤਿਗੁਰ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ ਬੜਾ ਹੀ ਨਿਰਾਲਾ ਹੈ, ਬੜਾ ਹੀ ਅਦਭੁਤ ਹੈ। ਸਤਿਗੁਰੂ ਦੀ ਸਿੱਖਿਆ ਸੁਣ ਕੇ ਉਹਦੇ ਸਿੱਖ ਦਾ ਮਨ ਵੀ ਪਤੀਜ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ, ਹਰੀ ਦੇ ਪਿਆਰ ਵਿੱਚ ਭਿੱਜ ਜਾਂਦਾ ਹੈ। ਸ਼ਲੋਕ ਮਹਿਲਾ ਤੀਜਾ। ਜਿਨ ਗੁਰ ਗੋਪਿਆ ਆਪਣਾ, ਤਿਸ ਠੌਹਰ ਨਾ ਠਾਓ। ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਨਿੰਦਾ ਕੀਤੀ, ਉਹਦਾ ਕੋਈ ਥਾਂ ਟਿਕਾਣਾ ਨਹੀਂ ਹੁੰਦਾ। ਉਹਦੇ ਮਨ ਦੀ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਉਹ ਸਦਾ ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ। ਕਾਰਨ ਇਹ ਹੈ ਕਿ ਸਾਡੇ ਅੰਦਰ ਜੋ ਪ੍ਰਮਾਤਮਾ ਵਸ ਰਿਹਾ ਹੈ, ਉਹ ਸਾਨੂੰ ਚੇਤਾ ਕਰਵਾਉਂਦਾ ਰਹਿੰਦਾ ਹੈ। ਜੇਕਰ ਅਸੀਂ ਭੁੱਲ ਕੇ ਵੀ ਸਤਿਗੁਰੂ ਦੀ ਨਿੰਦਾ ਕਰ ਬੈਠੀਏ ਤਾਂ ਸਾਡੇ ਅੰਦਰ ਪ੍ਰਮਾਤਮਾ ਸਾਨੂੰ ਚੇਤਾ ਕਰਵਾਉਂਦਾ ਰਹੇਗਾ ਕਿ ਤੂੰ ਸਤਿਗੁਰੂ ਦੀ ਨਿੰਦਾ ਕੀਤੀ ਹੈ, ਬਹੁਤ ਗਲਤ ਕੰਮ ਕੀਤਾ ਹੈ। ਇਹ ਝੋਰਾ ਮਨੁੱਖ ਦਾ ਫਿਰ ਸਾਥ ਨਹੀਂ ਛੱਡਦਾ, ਉਹਦੇ ਮਨ ਨੂੰ ਕੋਈ ਟਿਕਾਣਾ ਨਹੀਂ ਲੱਭਦਾ, ਸਦਾ ਉਹਦਾ ਮਨ ਫਿਰ ਭਟਕਣਾ ਦੇ ਵਿੱਚ ਪਿਆ ਹੀ ਰਹਿੰਦਾ ਹੈ। ਹਲਤ ਪਲਤ ਦੋਵੇਂ ਗਏ, ਦਰਗਾਹ ਨਾ ਹੀ ਠਾਓ। ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਗਵਾਚ ਜਾਂਦੇ ਹਨ, ਹਰੀ ਦੀ ਦਰਗਾਹ ਵਿੱਚ ਵੀ ਉਹਨੂੰ ਥਾਂ ਨਹੀਂ ਮਿਲਦੀ। ਉਹ ਵੇਲਾ ਹੱਥ ਨਾ ਆਵਈ, ਫਿਰ ਸਤਿਗੁਰ ਲੱਗਾ ਪਾਏ। ਅਜਿਹੇ ਬੰਦਿਆਂ ਨੂੰ ਫਿਰ ਉਹ ਮੌਕਾ ਨਹੀਂ ਮਿਲਦਾ ਕਿ ਸਤਿਗੁਰੂ ਦੇ ਚਰਨੀ ਲੱਗ ਸਕਣ, ਜੇ ਉਹ ਆਪਣੇ ਆਪ ਚਾਹੁਣ ਤਾਂ। ਹਾਂ, ਜੇ ਸਤਿਗੁਰੂ ਚਾਹੇ ਤੇ ਉਹਨਾਂ ਦੇ ਪਾਪ ਬਖਸ਼ ਕੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਸਕਦਾ ਹੈ। ਸਤਿਗੁਰ ਕੀ ਗਣਤਾ ਕੁਸੀਐ, ਦੁੱਖੇ ਦੁੱਖ ਵਿਹਾਈ। ਸਤਿਗੁਰੂ ਦੀ ਨਿੰਦਾ ਕਰਨ ਵਿੱਚ ਜੇ ਇੱਕ ਵਾਰੀ ਖੁੰਝ ਜਾਈਏ, ਤੇ ਭਾਵ ਇਹ ਨਹੀਂ ਕਿ ਨਿੰਦਾ ਕਰਨ ਤੋਂ ਖੁੰਝ ਜਾਈਏ, ਭਾਵ ਇਹ ਹੈ ਕਿ ਨਿੰਦਾ ਕਰਕੇ ਜੀਵਨ ਦੇ ਸਹੀ ਰਸਤੇ ਤੋਂ ਜੇ ਇੱਕ ਵਾਰੀ ਖੁੰਝ ਜਾਈਏ ਤਾਂ ਨਿਰੋਲ ਦੁੱਖਾਂ ਵਿੱਚ ਹੀ ਉਮਰ ਬੀਤਦੀ ਹੈ। ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲਏ ਜਿਸ ਲਾਏ। ਨਾਨਕ ਦਰਸ਼ਨ ਜਿਨਾ ਵਿਖਾਲਿਓਨ, ਤਿਨਾ ਦਰਗਾਹ ਲਈ ਛੁਡਾਏ। ਸਤਿਗੁਰ ਪੁਰਖ ਨਿਰਵੈਰ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ। ਉਹ ਨਿੰਦਕ ਨੂੰ ਵੀ ਆਪੇ ਮਿਹਰ ਕਰਕੇ ਆਪਣੇ ਚਰਨੀ ਲਾ ਲੈਂਦਾ ਹੈ। ਹੇ ਨਾਨਕ, ਜਿਨ੍ਹਾਂ ਨੂੰ ਹਰੀ ਗੁਰੂ ਦਾ ਦਰਸ਼ਨ ਕਰਾਉਂਦਾ ਹੈ, ਉਹਨਾਂ ਨੂੰ ਦਰਗਾਹ ਵਿੱਚ ਵੀ ਛੁਡਾ ਲੈਂਦਾ ਹੈ। ਮਹਿਲਾ ਤੀਜਾ। ਮਨਮੁਖ ਅਗਿਆਨ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਚੂਐ ਮਤ ਹਾਰੀ। ਮਨਮੁਖ ਮਨੁੱਖ ਵਿਚਾਰਹੀਣ ਹੁੰਦਾ ਹੈ,
ਖੋਟੀ ਬੁੱਧੀ ਵਾਲਾ ਤੇ ਹੰਕਾਰੀ ਹੁੰਦਾ ਹੈ। ਉਸ ਦੇ ਮਨ ਵਿੱਚ ਕ੍ਰੋਧ ਹੁੰਦਾ ਹੈ ਤੇ ਉਹ ਵਿਸ਼ਿਆਂ ਦੇ ਜੂਏ ਵਿੱਚ ਆਪਣੀ ਅਕਲ ਗਵਾ ਲੈਂਦਾ ਹੈ। ਜੂਏ ਦੀ ਜੋ ਖੇਡ ਹੈ ਉਹਦੇ ਵਿੱਚ ਮਨੁੱਖ ਬਹੁਤਾ ਜਿੱਤਣ ਦੇ ਲਈ ਥੋੜ੍ਹਾ ਦਾਅ ਤੇ ਲਾਉਂਦਾ ਹੈ, ਪਰ ਉਹ ਥੋੜ੍ਹਾ ਥੋੜ੍ਹਾ ਕਰਕੇ ਬਹੁਤਾ ਗਵਾ ਲੈਂਦਾ ਹੈ ਤੇ ਜਿੱਤਦਾ ਥੋੜ੍ਹਾ ਵੀ ਨਹੀਂ। ਅਕਸਰ ਹੀ ਇੱਕ ਕਹਾਵਤ ਵਰਤੀ ਜਾਂਦੀ ਹੈ ਕਿ ਜੂਆ ਕਿਸੀ ਕਾ ਨਾ ਹੁਆ, ਵੀ ਜੂਆ ਕਿਸੇ ਦਾ ਹੋਇਆ ਨਹੀਂ, ਜੂਏ 'ਚੋਂ ਕਦੇ ਕਿਸੇ ਨੇ ਕੁਝ ਜਿੱਤਿਆ ਨਹੀਂ, ਗਵਾਇਆ ਹੀ ਹੈ। ਤੇ ਆਪਣੇ ਜੀਵਨ ਦੇ ਵਿੱਚ ਮਨਮੁਖ ਮਨੁੱਖ ਆਪਣੀ ਅਕਲ ਦਾਅ ਤੇ ਲਾ ਦਿੰਦਾ ਹੈ। ਵਿਸ਼ਿਆਂ ਦੇ ਵਿੱਚੋਂ, ਵਿਕਾਰਾਂ ਦੇ ਵਿੱਚੋਂ ਮਿਲਣ ਵਾਲੇ ਕੁਝ ਪਲ ਦੇ ਆਨੰਦ ਵਾਸਤੇ ਉਹ ਥੋੜ੍ਹੀ ਥੋੜ੍ਹੀ ਕਰਕੇ ਆਪਣੀ ਅਕਲ ਦਾਅ ਤੇ ਲਾਉਂਦਾ ਜਾਂਦਾ ਹੈ ਤੇ ਇੱਕ ਨਾ ਇੱਕ ਦਿਨ ਆਪਣੀ ਅਕਲ ਵੱਲੋਂ ਹੱਥ ਧੋ ਬੈਠਦਾ ਹੈ, ਬੇਅਕਲਾ ਹੋ ਜਾਂਦਾ ਹੈ, ਵਿਚਾਰਹੀਣ ਹੋ ਜਾਂਦਾ ਹੈ। ਕੂੜ ਕੁਸੱਤ ਉਹ ਪਾਪ ਕਮਾਵੈ, ਕਿਆ ਉਹ ਸੁਣੈ, ਕਿਆ ਆਖ ਸੁਣਾਵੈ। ਉਸ ਮਨਮੁਖ ਦਾ ਤੇ ਪੂਰਾ ਹੀ ਧਿਆਨ ਝੂਠ, ਫਰੇਬ ਅਤੇ ਪਾਪ ਦੇ ਕੰਮ ਕਰਨ ਤੇ ਲੱਗਾ ਹੁੰਦਾ ਹੈ। ਇਸ ਲਈ ਉਹ ਪ੍ਰਮਾਤਮਾ ਦੀ ਕੀ ਗੱਲ ਤਾਂ ਸੁਣੇ ਤੇ ਕੀ ਕਿਸੇ ਨੂੰ ਸੁਣਾਵੇ। ਅੰਨਾ ਬੋਲਾ ਖੂਏ ਉੱਜੜ ਪਾਏ, ਮਨਮੁਖ ਅੰਧਾ ਆਵੈ ਜਾਏ। ਸਤਿਗੁਰੂ ਦੇ ਦਰਸ਼ਨ ਵੱਲੋਂ ਅੰਨਾ ਤੇ ਉਪਦੇਸ਼ ਵੱਲੋਂ ਬੋਲਾ ਜੀਵਨ ਦੇ ਸਹੀ ਪੰਧ ਤੋਂ ਖੁੰਝ ਕੇ ਕੁਰਾਹੇ ਪੈ ਜਾਂਦਾ ਹੈ। ਮਨਮੁਖ ਅੰਧਾ ਆਵੈ ਜਾਏ, ਅੰਨਾ ਹੋਇਆ ਮਨਮੁਖ ਨਿਤ ਜੰਮਦਾ ਮਰਦਾ ਹੈ। ਕਿਸੇ ਗੱਲ ਤੇ ਖੁਸ਼ ਹੋ ਗਿਆ, ਜਨਮ ਪਿਆ, ਅਗਲੀ ਹੀ ਗੱਲ ਤੇ ਦੁਖੀ ਹੋ ਗਿਆ, ਭਾਵ ਮਰ ਗਿਆ। ਹਰ ਰੋਜ਼ ਇਸ ਦਾ ਜੰਮਣ ਮਰਨ ਦਾ ਗੇੜ ਚੱਲਦਾ ਰਹਿੰਦਾ ਹੈ। ਬਿਨ ਸਤਿਗੁਰ ਭੇਟੇ ਥਾਏ ਨਾ ਪਾਏ, ਨਾਨਕ ਪੂਰਬ ਲਿਖਿਆ ਕਮਾਈ। ਸਤਿਗੁਰੂ ਨੂੰ ਮਿਲਣ ਤੋਂ ਬਿਨਾਂ ਦਰਗਾਹ ਵਿੱਚ ਕਬੂਲ ਨਹੀਂ ਪੈਂਦਾ, ਕਿਉਂਕਿ ਹੇ ਨਾਨਕ ਮੁੱਢ ਤੋਂ ਕੀਤੇ ਮੰਦੇ ਕਰਮਾਂ ਦੇ ਅਨੁਸਾਰ ਉਹਦੇ ਮਨ ਵਿੱਚ ਜੋ ਸੰਸਕਾਰ ਵਸ ਚੁੱਕੇ ਨੇ, ਉਹ ਹੁਣ ਉਹਨਾਂ ਦੇ ਅਨੁਸਾਰ ਹੀ ਕੰਮ ਕਰ ਰਿਹਾ ਹੈ। ਮੁੱਢ ਤੋਂ ਹੀ ਉਹਦੀ ਜਿਸ ਪ੍ਰਕਾਰ ਦੀ ਸੰਗਤ ਰਹੀ, ਉਹਨੇ ਜਿਸ ਪ੍ਰਕਾਰ ਦੀਆਂ ਸਿੱਖਿਆਵਾਂ ਸਿੱਖੀਆਂ, ਜਿੱਦਾਂ ਦੇ ਬੀਜ ਉਹਦੇ ਬਚਪਨ ਦੇ ਵਿੱਚ ਉਹਦੇ ਮਨ ਵਿੱਚ ਬੀਜੇ ਗਏ, ਉਹੋ ਜਿਹੇ ਹੀ ਕੰਮ ਉਹ ਆਪਣੀ ਜਵਾਨੀ, ਆਪਣੀ ਉਮਰ ਦੇ ਵਿੱਚ ਕਰਦਾ ਪਿਆ ਹੈ। ਪੌੜੀ। ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਜਿਨ੍ਹਾਂ ਮਨੁੱਖਾਂ ਦੇ ਮਨ ਕਰੜੇ ਹਨ, ਨਿਰਦਈ ਹਨ, ਉਹ ਸਤਿਗੁਰੂ ਕੋਲ ਨਹੀਂ ਬਹਿ ਸਕਦੇ। ਉੱਥੇ ਸੱਚ ਵਰਤਦਾ, ਕੁੜਿਆਰਾ ਚਿੱਤ ਉਦਾਸ। ਕਿਉਂਕਿ ਸਤਿਗੁਰੂ ਦੀ ਸੰਗਤ ਦੇ ਵਿੱਚ ਸੱਚ ਦੀ ਗੱਲ ਹੁੰਦੀ ਹੈ। ਕੂੜ ਦੇ ਵਪਾਰੀਆਂ ਦੇ ਮਨਾਂ 'ਤੇ ਉਦਾਸੀ ਛਾਈ ਰਹਿੰਦੀ ਹੈ ਜਦ ਤੱਕ ਉਹ ਸਤਿਗੁਰੂ ਦੀ ਸੰਗਤ ਦੇ ਵਿੱਚ ਬੈਠੇ ਰਹਿੰਦੇ ਹਨ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਤਿਗੁਰੂ ਜੋ ਸਿੱਖਿਆਵਾਂ ਦੂਜਿਆਂ ਨੂੰ ਦੇ ਰਹੇ ਹਨ, ਉਹਨਾਂ ਲਈ ਉਹ ਲਾਹਣਤਾਂ ਬਰਾਬਰ ਨੇ, ਕਿਉਂਕਿ ਸੱਚ ਹੈ ਤੇ ਉਹਨਾਂ ਦੇ ਹਿਰਦਿਆਂ ਵਿੱਚ ਝੂਠ ਵਸਿਆ ਹੈ। ਓਏ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹੈ ਕੁੜਿਆਰਾਂ ਪਾਸ। ਉਹ ਕਿਸੇ ਤਰ੍ਹਾਂ ਛਲ ਫਰੇਬ ਕਰਕੇ ਆਪਣਾ ਸਮਾਂ ਲੰਘਾਉਂਦੇ ਹਨ ਤੇ ਫਿਰ ਤੋਂ ਜਾ ਕੇ ਝੂਠਿਆਂ ਦੀ ਸੰਗਤ ਦੇ ਵਿੱਚ ਜਾ ਬੈਠਦੇ ਹਨ। ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋਂ ਕੋ ਨਿਰਜਾਸ। ਕੋਈ ਵੀ ਧਿਰ ਆਪਣੇ ਮਨ ਵਿੱਚ ਇਹ ਨਿਰਣਾ ਕਰਕੇ ਵੇਖ ਲਵੇ, ਸੱਚੇ ਮਨੁੱਖ ਦੇ ਹਿਰਦੇ ਵਿੱਚ ਝੂਠ ਨਹੀਂ ਰਲਦਾ। ਜੋ ਮਨੁੱਖ ਸੱਚਾ ਹੈ ਉਹ ਚਾਹ ਕੇ ਵੀ ਝੂਠ ਬੋਲ ਨਹੀਂ ਪਾਉਂਦਾ। ਇਹ ਸੱਚਾਈ ਹੈ। ਕੁੜਿਆਰ ਕੁੜਿਆਰੀ ਜਾਏ ਰਲੇ, ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜੋ ਝੂਠੇ ਹਨ ਉਹ ਝੂਠਿਆਂ ਦੀ ਸੰਗਤ ਵਿੱਚ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰੂ ਦੀ ਗੋਦ ਵਿੱਚ ਬੈਠੇ ਰਹਿੰਦੇ ਹਨ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 314ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਗੁਰੂ ਜੀ ਨੇ ਪ੍ਰਮੁੱਖ ਤੌਰ ਤੇ ਮਨਮੁਖਤਾ ਦੀ ਗੱਲ ਕੀਤੀ ਹੈ। ਉਹਨਾਂ ਮਨੁੱਖਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਦੇ ਹਿਰਦਿਆਂ ਵਿੱਚ ਝੂਠ ਵਸਦਾ ਹੈ। ਕਿਵੇਂ ਮਨਮੁਖ ਮਨੁੱਖ ਆਪਣੀ ਥੋੜ੍ਹੀ ਥੋੜ੍ਹੀ ਅਕਲ ਦਾਅ ਤੇ ਲਾਉਂਦਾ ਜਾਂਦਾ ਹੈ ਚੰਦ ਪਲਾਂ ਦੇ ਆਨੰਦ ਦੀ ਖਾਤਰ, ਤੇ ਇਸ ਪ੍ਰਕਾਰ ਹੌਲੀ ਹੌਲੀ ਆਪਣੀ ਸਾਰੀ ਹੀ ਅਕਲ ਤੋਂ ਹੱਥ ਧੋ ਬੈਠਦਾ ਹੈ। ਤੇ ਫਿਰ ਉਹਦੇ ਮਨ ਦੀ ਹਾਲਤ ਇਸ ਪ੍ਰਕਾਰ ਹੋ ਜਾਂਦੀ ਹੈ
ਕਿ ਉਹਨੂੰ ਕਿਤੇ ਟਿਕਾਣਾ ਨਹੀਂ ਮਿਲਦਾ, ਉਹ ਭਟਕਣਾ ਦੇ ਵਿੱਚ ਹੀ ਪਿਆ ਰਹਿੰਦਾ ਹੈ, ਚਿੰਤਾ ਝੋਰਿਆਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ। ਸੋ ਆਓ ਕੋਸ਼ਿਸ਼ ਕਰੀਏ, ਜੇ ਸਾਡੇ ਵਿੱਚ ਥੋੜ੍ਹੀ ਬਹੁਤ ਮਨਮੁਖਤਾ ਬਚੀ ਹੈ ਉਹਨੂੰ ਵੀ ਬਾਹਰ ਕੱਢ ਮਾਰੀਏ, ਸਤਿਗੁਰੂ ਦੇ ਲੜ ਲੱਗੇ ਰਹੀਏ, ਮਨ ਨੂੰ ਕਠੋਰ ਨਾ ਬਣਾਈਏ। ਮਨਮੁੱਖਾਂ ਵਾਂਗ ਮਨ ਨੂੰ ਨਰਮ ਰੱਖ ਕੇ, ਮੱਤ ਨੂੰ ਨੀਵੀਂ ਕਰਕੇ ਗੁਰੂ ਦੇ ਲੜ ਲੱਗੇ ਰਹੀਏ ਅਤੇ ਆਪਣੇ ਜੀਵਨ ਨੂੰ ਸੁੱਖੀ ਸਾਂਦੀ ਬਤੀਤ ਕਰਦੇ ਰਹੀਏ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।